श्री नानक पद पंकज बंदन पद पंकज बंदना सिमरो अंगद दोख निकंदना अमरदास गुर हृदय ध्यावो हृदय ध्यावो श्री गुरु रामदास गुण गावो श्री अर्जन बेगनन के नाशक बेगनन के नाशक हर गोविंद शुभ समत प्रकाशक श्री हर राय नमो कर जोरी नमो कर जोरी गुरु हर कृष्ण मनाए बहोरी तेग बहादुर परम कृपाला परम कृपाला श्री गुरु गोबिंद सिंह विसाला तरों तरा पर पुन पुन सीसा पुन पुन सीसा बंदों बार बार जगदीसा जिसमें है अमृत ज्ञान है मानिक भगत बैराग श्री गुरु ग्रंथ साहिब उदद बंदों करे अनुराग एक अंकारा सतगुरु तेह प्रसाद सत होए वाहेगुरु जी की फतेह बिघ्न विनाशन सोए वाहेगुरु जी की फतेह बिघ्न विनाशन सोए। चौपई कह बाला श्री अंगद सुनिए श्री गुर कथा विमल गुण गुनिए जुगो जुग अटल चबर चबर तक दे मालक गुरता गदी ते विराजमान साहिब श्री गुरु ग्रंथ साहिब जी महाराज जी की पावन पवित्र हजूरी अंदर संध्या वेले दे दीवाना दौरान हाजरियां भरे अत सत्कार योग सत्संगी जनों सतगुरु जी की अपार कृपा है सतगुरु जी की अपार बख्शिश है कि सानू ये सुभाग समा प्राप्त होया जिथे असी सतगुरु जी की गोद के अंदर विराजमान होके सतगुरु जी की अमृतमयी बाणी का रस भिन्ना कीर्तन सरवण करते हाँ नाल ही नाल गुर इतिहास तो भी जाणू होने का यतन करते हाँ। पिछले कुछ दिनों तो असी श्री गुरु प्रताप सूरज ग्रंथ के विचों श्री गुरु नानक प्रकाश दे जो पूर्व रात का अध्याय तीजा सी उस दी विचार कर रहे सां ते कल दे दीवाना दे विच असी
ਤੀਸਰੇ ਅਧਿਆਏ ਦੀ ਸਮਾਪਤੀ ਕੀਤੀ ਸੀ। ਅੱਜ ਦੇ ਦੀਵਾਨਾਂ ਦੇ ਵਿੱਚ ਚੌਥੇ ਅਧਿਆਏ ਦੀ ਆਰੰਭਤਾ ਹੋਵੇਗੀ। ਅੱਜ ਦੀ ਵਿਚਾਰ ਆਰੰਭਤ ਕਰਨ ਤੋਂ ਪਹਿਲਾਂ ਅਸੀਂ ਕੁਝ ਕੁ ਪੰਛੀ ਝਾਕ ਕੱਲ ਦੇ ਦੀਵਾਨਾਂ ਦੇ ਅੰਦਰ ਮਾਰ ਲਈਏ ਜੀ, ਤਾਂ ਜੋ ਸਾਨੂੰ ਅਗਲੇਰਾ ਪ੍ਰਸੰਗ ਸਮਝਣ ਦੇ ਵਿੱਚ ਸੋਖ ਮਹਿਸੂਸ ਹੋ ਸਕੇ। ਕੱਲ ਦੇ ਦੀਵਾਨਾਂ ਦੇ ਵਿੱਚ ਅਸੀਂ ਵਿਚਾਰ ਸਰਵਣ ਕੀਤੇ ਸਨ ਕਿ ਕਿਸ ਤਰ੍ਹਾਂ ਇਲਾਕੇ ਦੀਆਂ ਦਾਈਆਂ ਮਾਤਾ ਤ੍ਰਿਪਤਾ ਜੀ ਦੀ ਸੇਵਾ ਕਰਨ ਦੇ ਵਾਸਤੇ ਉਹਨਾਂ ਦੇ ਗ੍ਰਹਿ ਵਿਖੇ ਪਹੁੰਚਦੀਆਂ ਨੇ, ਤੇ ਨਾਲ ਹੀ ਨਾਲ ਅਸੀਂ ਕੁਝ ਕੁ ਇਤਿਹਾਸ ਦਾਈ ਦੌਲਤਾਂ ਦੀ ਬਾਬਤ ਵੀ ਸਾਂਝਾ ਕੀਤਾ ਸੀ ਕਿ ਦਾਈ ਦੌਲਤਾਂ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਸਰੂਪ ਦੇਖ ਕੇ, ਉਹਨਾਂ ਦਾ ਚਿਹਰਾ ਦੇਖ ਕੇ ਹੈਰਾਨ ਰਹਿ ਗਏ ਸਨ ਕਿ ਆਮ ਤੌਰ ਦੇ ਉੱਤੇ ਜਦੋਂ ਬੱਚੇ ਦਾ ਜਨਮ ਹੁੰਦਾ ਹੈ ਤਾਂ ਬੱਚਾ ਜਨਮ ਸਮੇਂ ਰੋਂਦਾ ਹੈ, ਪਰ ਇਹ ਬੱਚਾ ਹੈਰਾਨ ਕਰਨ ਵਾਲਾ ਜਿਹੜਾ ਹੈ ਕੌਤਕ ਦਿਖਾ ਰਿਹਾ ਹੈ। ਬੱਚਾ ਜਨਮ ਸਮੇਂ ਰੋਣ ਦੀ ਬਜਾਏ ਮੁਸਕਰਾ ਰਿਹਾ, ਜਿਵੇਂ ਕੋਈ ਮਨੁੱਖ ਆਪਣੇ ਜੀਵਨ ਦੇ ਵਿੱਚ ਇੱਛਾਵਾਂ ਦੀ ਪੂਰਤੀ ਹੋਣ ਤੋਂ ਬਾਅਦ ਆਨੰਦ ਪ੍ਰਾਪਤ ਕਰਦਾ ਹੈ, ਇਸੇ ਤਰ੍ਹਾਂ ਇਹ ਬੱਚਾ ਜੋ ਮਾਤਾ ਤ੍ਰਿਪਤਾ ਜੀ ਦੀ ਕੁੱਖ ਦੇ ਵਿੱਚੋਂ ਪੈਦਾ ਹੋਇਆ ਹੈ, ਉਹ ਬਾਕੀ ਬੱਚਿਆਂ ਤੋਂ ਉਲਟ ਹੱਸ ਰਿਹਾ, ਮੁਸਕਰਾ ਰਿਹਾ, ਭਾਵ ਆਨੰਦ ਪ੍ਰਾਪਤ ਕਰ ਰਿਹਾ। ਕੱਲ ਦੇ ਦੀਵਾਨਾਂ ਦੇ ਵਿੱਚ ਅਸੀਂ ਇਹ ਪ੍ਰਸੰਗ ਸਰਵਣ ਕੀਤਾ ਸੀ, ਤੇ ਬਾਅਦ ਦੇ ਵਿੱਚ ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਆਉਣ ਦੇ ਬਾਬਤ ਬਾਬਾ ਕਾਲੂ ਜੀ ਨੂੰ ਦਾਸੀਆਂ ਸੇਵਕ ਜਾ ਕੇ ਦੱਸਦੇ ਨੇ ਕਿ ਤੁਹਾਡੇ ਘਰ ਅਕਾਲ ਪੁਰਖ ਨੇ ਪੁੱਤਰ ਦੀ ਦਾਤ ਬਖਸ਼ਿਸ਼ ਕੀਤੀ ਹੈ, ਤੇ ਮਹਿਤਾ ਕਾਲੂ ਦਾਸ ਜੀ ਉਸ ਪਰਮਾਤਮਾ ਦੀ ਬੰਦਗੀ ਦੇ ਵਿੱਚ, ਉਸ ਦੀ ਆਰਾਧਨਾ ਕਰਨ ਦੇ ਵਿੱਚ ਲੋਕ ਲੱਗ ਜਾਂਦੇ ਨੇ, ਆਪਣਾ ਚਿੱਤ ਪਰਮਾਤਮਾ ਦੇ ਚਰਨਾਂ ਦੇ ਵਿੱਚ ਜੋੜਦੇ ਨੇ ਤੇ ਸ਼ੁਕਰਾਨਾ ਕਰਦੇ ਨੇ। ਆਓ ਅੱਜ ਦੇ ਪ੍ਰਸੰਗ ਦੇ ਵਿੱਚ ਜੋ ਅਧਿਆਏ ਚੌਥੇ ਦਾ ਪ੍ਰਸੰਗ ਹੈ, ਉਸ ਦੇ ਵਿੱਚ ਗੁਰੂ ਜੀ ਦਾ ਅਵਤਾਰ, ਉਤਸ਼ਾਹ ਤੇ ਨਾਮ ਧਰਨਾ ਆਦਿਕ ਇਸ ਪ੍ਰਸੰਗ ਦੇ ਬਾਬਤ ਵਿਚਾਰ ਕੀਤੀ ਗਈ ਹੈ। ਆਓ ਵਿਚਾਰਾਂ ਦੀ ਆਰੰਭਤਾ ਕਰਨ ਤੋਂ ਪਹਿਲਾਂ ਗੁਰੂ ਘਰ ਦੀ ਮਰਿਆਦਾ ਨੂੰ ਮੁੱਖ ਰੱਖਦੇ ਹੋਏ ਕਲਗੀਧਰ ਪਿਤਾ ਜੀ ਵੱਲੋਂ ਬਖਸ਼ੀ ਹੋਈ ਫਤਿਹ ਦੇ ਨਾਲ ਸਾਂਝ ਪਾ ਲਈਏ ਜੀ। ਦੋਵੇਂ ਹੱਥ ਜੋੜ ਕੇ ਪਿਆਰ ਅਤੇ ਸਤਿਕਾਰ ਨਾਲ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੌਪਈ ਕਹਿ ਬਾਲਾ ਸ਼੍ਰੀ ਅੰਗਦ ਸੁਣੀਏ, ਸ਼੍ਰੀ ਗੁਰੂ ਕਥਾ ਬਿਮਲ ਗੁਣ ਗੁਣੀਏ। ਭਾਈ ਬਾਲਾ ਜੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਜੀਵਨ ਦੇ ਬਾਬਤ ਜਿਹੜੀ ਹੈ ਨਿਰਮਲ ਕਥਾ ਉਹ ਸੁਣਾਉਣਾ ਕਰਦੇ ਨੇ, ਤੇ ਭਾਈ ਬਾਲਾ ਜੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਨੂੰ ਬੇਨਤੀ ਕਰਦੇ ਨੇ ਕਿ ਪਾਤਸ਼ਾਹ ਜੀ, ਕਿ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਜੀਵਨ ਦੇ ਬਾਬਤ ਜਿਹੜੀ ਨਿਰੋਲ ਕਥਾ ਹੈ ਨਾ, ਉਹ ਸੁਣਨਾ ਕਰੋ, ਕਿਉਂਕਿ ਪਿਛਲੇ ਪ੍ਰਸੰਗ ਤੱਕ ਭਾਈ ਬਾਲਾ ਜੀ ਨੇ ਜਿੱਥੇ ਅਧਿਆਏ ਦੀ ਸਮਾਪਤੀ ਹੋਈ ਸੀ, ਉੱਥੇ ਪਾਤਸ਼ਾਹ ਜੀ ਨੂੰ ਵਚਨ ਕੀਤੇ ਸਨ ਕਿ ਅੱਗੇ ਦੀ ਜਿਹੜੀ ਅਗਲੀ ਵਿਚਾਰ ਹੈ, ਜੋ ਘਰ ਦੇ ਵਿੱਚ ਖੁਸ਼ੀਆਂ ਖੇੜੇ ਨੇ, ਜੋ ਜੋ ਕੁਝ ਵੀ ਹੈ, ਮੈਂ ਤੁਹਾਨੂੰ ਉਹ ਕਥਾ ਸੁਣਾਉਂਦਾ ਰਹਾਂਗਾ, ਉਹ ਤੁਸੀਂ ਕਥਾ ਸੁਣਨੀ ਕਰੋ। ਉੱਥੋਂ ਤੱਕ ਦੀ ਕਥਾ, ਉੱਥੋਂ ਤੱਕ ਦੀ ਵਿਚਾਰ ਜੋ ਹੈ ਜਨਮ ਤੱਕ ਦੀ, ਉਹ ਮੈਂ ਤੁਹਾਨੂੰ ਚਿੱਤ ਲਾ ਕੇ ਇਕਾਗਰ ਚਿੱਤ ਹੋ ਕੇ ਆਪਣੇ ਮਨ ਤੋਂ ਪੂਰੇ ਪਿਆਰ ਭਾਵਨਾ ਦੇ ਨਾਲ ਤੁਹਾਨੂੰ ਸੁਣਾਣੀ ਕੀਤੀ ਹੈ। ਹੁਣ ਅੱਗੇ ਦੀ ਕਥਾ ਤੁਸੀਂ ਸੁਣਨਾ ਕਰੋ। ਭਈ ਭੋਰ ਨਿਜ ਦਾਸ ਬੁਲਾਇਆ, ਦਿਜਬਰ ਸਦਨ ਜਹਾਂ ਤੂੰ ਧਾਇਆ। ਭਈ ਭੋਰ ਦਾ ਭਾਵ ਹੈ ਕਿ ਜਦ ਸਵੇਰ ਦਾ ਵੇਲਾ ਹੋਇਆ। ਨਿਜ ਦਾ ਭਾਵ ਹੁੰਦਾ ਆਪਣਾ, ਦਾਸ ਦਾ ਭਾਵ ਹੁੰਦਾ ਸੇਵਕ ਜਾਂ ਨੌਕਰ। ਜਦੋਂ ਕਹਿੰਦੇ ਸਵੇਰ ਦਾ ਵੇਲਾ ਹੋਇਆ ਤਾਂ ਮਹਿਤਾ ਕਾਲੂ ਦਾਸ ਜੀ ਨੇ ਆਪਣੇ ਨੌਕਰ ਨੂੰ ਬੁਲਾਇਆ। ਦਿਜਵਰ ਦਾ ਭਾਵ ਹੁੰਦਾ ਬ੍ਰਾਹਮਣ। ਆਪਣੇ ਨੌਕਰ ਨੂੰ ਬੁਲਾਇਆ ਤੇ ਉਸ ਨੂੰ ਕਿਹਾ ਵੀ ਛੇਤੀ ਦਿਨਾਂ ਜਾ ਕੇ ਤੂੰ ਜਲਦੀ ਦਿਨਾਂ ਬ੍ਰਾਹਮਣ ਦੇ ਘਰ ਨੂੰ ਜਾ। ਦੈਵਿਕ ਜੋ ਹਰਦਿਆਲ ਪ੍ਰਵੀਨਾ,
ਆਨੋ ਤਾਹੇ ਵਿਲੰਬ ਬਹੀਨਾ, ਕਿ ਛੇਤੀ ਦੇਣਾ ਉਸ ਬ੍ਰਾਹਮਣ ਦੇ ਘਰ ਜਾਣਾ ਕਰੋ ਜਿਸ ਦਾ ਨਾਮ ਪੰਡਿਤ ਹਰਦਿਆਲ ਹੈ, ਜਿਹੜਾ ਨਿਪੁੰਨ ਜੋਤਸ਼ੀ ਹੈ। ਉਸ ਨੂੰ ਛੇਤੀ ਦੇਣਾ ਇੱਥੇ ਬੁਲਾ ਕੇ ਲਿਆਓ। ਹੁਣ ਮੈਂ ਇੱਕ ਬੇਨਤੀ ਆਪ ਜੀ ਦੇ ਨਾਲ ਇੱਕ ਵਿਚਾਰ ਸਾਂਝੇ ਕਰਨਾ ਚਾਹੁੰਦਾ। ਅਸੀਂ ਪਿਛਲੇਰੇ ਦੀਵਾਨਾਂ ਦੇ ਵਿੱਚ ਵੀ ਵਿਚਾਰ ਸਰਵਣ ਕਰ ਚੁੱਕੇ ਹਾਂ ਕਿ ਜਿਸ ਨਗਰ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਅਵਤਾਰ ਧਾਰਨ ਕਰਨਾ ਹੈ, ਉਸ ਨਗਰ ਦੇ ਵਿੱਚ 4 ਸ਼੍ਰੇਣੀਆਂ ਦੇ ਲੋਕ ਰਹਿੰਦੇ ਨੇ, ਬ੍ਰਾਹਮਣ, ਖੱਤਰੀ, ਵੈਸ਼ ਤੇ ਸ਼ੂਦਰ, ਤੇ ਨਾਲ ਹੀ ਨਾਲ ਉੱਥੇ ਬੇਦੀ ਵੰਸ਼ ਦੇ ਲੋਕ ਵੀ ਜਿਹੜੇ ਨੇ ਰਹਿੰਦੇ ਨੇ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਅਵਤਾਰ ਧਾਰਨ ਤੋਂ ਬਾਅਦ ਸਾਡੇ ਸਿੱਖ ਮਤ ਦੀ ਜਿਹੜੀ ਹੈ, ਸਿੱਖ ਵਿਚਾਰਧਾਰਾ ਦੀ ਸ਼ੁਰੂਆਤ ਹੁੰਦੀ ਹੈ। ਉਸ ਤੋਂ ਪਹਿਲਾਂ ਦੇ ਜਿਹੜੇ ਮਤ ਸਨ, ਹਿੰਦੂ ਮਤ ਤੇ ਦੂਜਾ ਇਸਲਾਮ ਮਤ, ਇਹ 2 ਮਤ ਆਮ ਪ੍ਰਚਲਿਤ ਸਨ। ਹੁਣ ਅਸੀਂ ਇੱਥੇ ਮਤ ਆਪਣੇ ਮਨ ਦੇ ਵਿੱਚ ਇਹ ਸ਼ੰਕਾ ਪੈਦਾ ਕਰ ਲਈਏ ਕਿ ਦੇਖੋ ਭਾਈ, ਮੈਂ ਤਾਂ ਕਾਲੂ ਦਾਸ ਜੀ ਨੇ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਜਨਮ ਦੇ ਵੇਲੇ ਆਪਣੇ ਸੇਵਕ ਨੂੰ ਪੰਡਿਤ ਦੇ ਕੋਲ ਭੇਜਿਆ ਸੀ, ਕਿਉਂਕਿ ਉਸ ਸਮੇਂ ਹਿੰਦੂ ਮਤ ਹੀ ਜ਼ਿਆਦਾ ਪ੍ਰਚਲਿਤ ਸੀ। ਉਸ ਨਗਰ ਦੇ ਵਿੱਚ ਵੀ ਹਿੰਦੂ ਮਤ ਦੇ ਨਾਲ ਸੰਬੰਧਿਤ ਰੱਖਣ ਵਾਲੀਆਂ ਸ਼੍ਰੇਣੀਆਂ ਰਹਿੰਦੀਆਂ ਨੇ। ਇਸ ਕਰਕੇ ਉਹਨਾਂ ਤੋਂ ਜਨਮ ਦਾ ਪਹਿਲਾਂ ਦਾ ਜੋ ਕਥਿਆਨ ਹੈ, ਜੋ ਵਖਿਆਨ ਹੈ, ਉਹ ਭਾਈ ਬਾਲਾ ਜੀ ਗੁਰੂ ਅੰਗਦ ਸਾਹਿਬ ਜੀ ਨੂੰ ਸੁਣਾਉਣਾ ਕਰਦੇ ਨੇ। ਫਿਰ ਜਦੋਂ ਅਸੀਂ ਅੱਗੇ ਦੀ ਅੱਗੇ ਵਿਚਾਰ ਸਰਵਣ ਕਰਦੇ ਜਾਵਾਂਗੇ, ਅਗਲੇਰੇ ਪ੍ਰਸੰਗਾਂ ਵੱਲ ਜਾਵਾਂਗੇ, ਉੱਥੇ ਇਹੀ ਪੰਡਿਤ ਹਰਦਿਆਲ ਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਹੱਥ ਫੜ ਕੇ ਜਨੇਊ ਦੀ ਪਰਿਭਾਸ਼ਾ ਸਮਝਾਉਂਦੇ ਨੇ। ਗੁਰਬਾਣੀ ਦੇ ਅਨੁਸਾਰ ਉਹਨਾਂ ਨੂੰ ਸਮਝਾਉਣਾ ਕਰਦੇ ਨੇ ਕਿ ਅਸਲ ਦੇ ਵਿੱਚ ਕਿਹੜਾ ਜਨੇਊ ਧਾਰਨ ਕਰਨਾ। ਇਹ ਉਹਨਾਂ ਦੇ ਜਨਮ ਤੋਂ ਪਹਿਲਾਂ ਦੀ ਜਾਂ ਜਨਮ ਤੋਂ ਬਾਅਦ ਦੀ ਜਿਹੜੀ ਹੁਣ ਪੰਡਿਤ ਹਰਦਿਆਲ ਨੂੰ ਬੁਲਾਵਾ ਭੇਜਿਆ, ਮਹਿਤਾ ਕਾਲੂ ਦਾਸ ਜੀ ਨੇ ਆਪਣੇ ਸੇਵਕ ਨੂੰ ਭੇਜਿਆ ਵੀ ਜਾ ਕੇ ਬ੍ਰਾਹਮਣ ਨੂੰ ਬੁਲਾਇਆ ਜਾਵੇ, ਜਾ ਕੇ ਪੰਡਿਤ ਨੂੰ ਬੁਲਾਇਆ ਜਾਵੇ ਜਿਸ ਦਾ ਨਾਮ ਪੰਡਿਤ ਹਰਦਿਆਲ ਹੈ। ਸੁਨਤ ਦਾਸ ਵਿੱਚ ਸਦਨ ਸੁਜਾਈ, ਦਰ ਪਰ ਤਿਸ਼ਟ ਗੁਹਾਰ ਸੁਨਾਈ। ਇਹ ਸਾਰੀ ਕਥਾ ਸੁਣ ਕੇ, ਇਹ ਸਾਰੀ ਗੱਲ ਸੁਣ ਕੇ, ਮਹਿਤਾ ਕਾਲੂ ਦਾਸ ਜੀ ਦੇ ਕੋਲੋਂ ਬਚਨ ਸੁਣ ਕੇ, ਜਿਹੜਾ ਉਹਨਾਂ ਦਾ ਨੌਕਰ ਸੀ, ਜਿਹੜਾ ਉਹਨਾਂ ਦਾ ਦਾਸ ਸੀ, ਜਿਹੜਾ ਉਹਨਾਂ ਦਾ ਸੇਵਕ ਸੀ ਨਾ, ਉਹ ਆਪਣੇ ਮਾਲਕ ਦਾ ਹੁਕਮ ਸਿਰ ਮੱਥੇ ਮੰਨਦਾ ਹੋਇਆ ਪੰਡਿਤ ਹਰਦਿਆਲ ਜੀ ਦੇ ਘਰ ਵੱਲ ਜਾਂਦਾ ਹੈ ਤੇ ਜਾ ਕੇ ਉਹਨਾਂ ਦੇ ਦਰ ਦੇ ਉੱਤੇ ਆਵਾਜ਼ ਲਗਾਉਂਦਾ ਹੈ ਤੇ ਜਾ ਕੇ ਬ੍ਰਾਹਮਣ ਜੀ ਨੂੰ ਸੱਦਦਾ ਹੈ। ਚੌਪਈ ਸਰੁਤਬਾ ਬਚਨ ਬ੍ਰਿਪ ਹਰਦਿਆਲਾ, ਆਲਿਆ ਦਰ ਨਿਕਸਿਓ ਤਤ ਕਾਲਾ। ਜਦੋਂ ਜਾ ਕੇ ਸੇਵਕ ਨੇ ਉਹਨਾਂ ਦੇ ਦਰ ਦੇ ਉੱਤੇ ਆਵਾਜ਼ ਮਾਰੀ ਪੰਡਿਤ ਜੀ ਨੂੰ, ਤਾਂ ਉਸ ਪੰਡਿਤ ਜੀ ਨੇ ਜਦੋਂ ਆਪਣੇ ਕੰਨਾਂ ਦੇ ਨਾਲ ਆਵਾਜ਼ ਸੁਣੀ, ਆਲਿਆ ਦਾ ਭਾਵ ਹੁੰਦਾ ਘਰ ਤੇ ਦਰ ਦਾ ਭਾਵ ਹੁੰਦਾ ਦਰਵਾਜ਼ਾ, ਤਾਂ ਪੰਡਿਤ ਜੀ ਛੇਤੀ ਦਿਨ ਆਪਣੇ ਘਰ ਦੇ ਦਰਵਾਜ਼ੇ ਦੇ ਵਿੱਚ, ਤਤਕਾਲਾ ਦਾ ਭਾਵ ਹੁੰਦਾ ਛੇਤੀ ਦਿਨ, ਛੇਤੀ ਦਿਨ ਆਵਾਜ਼ ਸੁਣ ਕੇ ਆਪਣੇ ਘਰ ਦੇ ਦਰਵਾਜ਼ੇ ਦੇ ਵਿੱਚ, ਘਰ ਦੇ ਦਰਾਂ ਦੇ ਵਿੱਚ ਆ ਕੇ ਖੜੇ ਹੋ ਗਏ ਵੀ ਕਿਸ ਨੇ ਆਵਾਜ਼ ਲਗਾਈ ਹੈ। ਦਿਦ ਜੂ ਕਾਲੂ ਮੁਝੇ ਪਠਾਇਆ, ਚਲੋ ਆਪ ਤਤਕਾਲ ਬੁਲਾਇਆ। ਉਹ ਸੇਵਕ ਹੁਣ ਪੰਡਿਤ ਜੀ ਨੂੰ ਆਖਦਾ ਹੈ ਕਿ ਮੈਨੂੰ ਮਹਿਤਾ ਕਾਲੂ ਦਾਸ ਜੀ ਨੇ ਤੁਹਾਡੇ ਕੋਲ ਭੇਜਿਆ ਹੈ ਕਿ ਜਾ ਕੇ ਪੰਡਿਤ ਜੀ ਨੂੰ ਬੁਲਾਇਆ ਜਾਵੇ ਤੇ ਛੇਤੀ ਦਿਨ ਆਓ ਤੇ ਛੇਤੀ ਦਿਨ ਉਹਨਾਂ ਦੇ ਘਰ ਦੇ ਵੱਲ ਚਾਲਾ ਪਾਇਆ ਜਾਵੇ। ਚਲੋ ਆਪ ਤਤਕਾਲ ਬੁਲਾਇਆ, ਛੇਤੀ ਦਿਨ ਮੇਰੇ ਨਾਲ ਚੱਲੋ, ਤੁਹਾਨੂੰ ਮਹਿਤਾ ਕਾਲੂ ਦਾਸ ਜੀ ਨੇ ਆਪਣੇ ਘਰ ਦੇ ਵਿੱਚ ਬੁਲਾਇਆ ਹੈ। ਕਹਿ ਦਿਜ ਹੋ ਆਵੋ ਕਰ ਪੂਜਾ, ਬਹੁਰ ਕਰੋ ਨਹਿ ਕਾਰਜ ਦੂਜਾ। ਅਸੀਂ ਪਿੱਛੇ ਵੀ ਵਿਚਾਰ ਸਰਵਣ ਕਰ ਚੁੱਕੇ ਹਾਂ ਕਿ ਸਵੇਰ ਹੁੰਦੇ ਸਾਰ ਹੀ ਮਹਿਤਾ ਕਾਲੂ ਦਾਸ ਜੀ ਨੇ ਆਪਣੇ ਸੇਵਕ ਨੂੰ ਉਹਨਾਂ ਦੇ ਘਰ ਭੇਜ ਦਿੱਤਾ। ਤੇ ਜਦੋਂ ਪੰਡਿਤ ਜੀ ਦੇ ਘਰ ਜਾਂਦੇ ਨੇ, ਮਹਿਤਾ ਕਾਲੂ ਦਾਸ ਜੀ ਦਾ ਨੌਕਰ ਉਹਨਾਂ ਦੇ ਘਰ ਪਹੁੰਚਦਾ, ਤਾਂ ਜਦੋਂ ਪੰਡਿਤ ਜੀ ਨੂੰ ਪਤਾ ਲੱਗਦਾ ਕਿ ਮੈਨੂੰ ਮਹਿਤਾ ਕਾਲੂ ਦਾਸ ਜੀ ਨੇ, ਮੌਕੇ ਦੇ ਜਿਹੜੇ ਪਟਵਾਰੀ ਨੇ, ਪੂਰੇ ਨਗਰ ਦੇ ਪਟਵਾਰੀ ਨੇ, ਉਹਨਾਂ ਦੇ ਘਰੋਂ ਬੁਲਾਵਾ ਆਇਆ, ਤਾਂ ਪੰਡਿਤ ਜੀ ਉਹ ਸੇਵਕ ਨੂੰ ਕਹਿੰਦੇ ਨੇ ਕਿ ਮੈਂ ਛੇਤੀ ਦਿਨਾਂ ਤੁਹਾਡੇ ਘਰ ਵੱਲ ਪਹੁੰਚਦਾ ਹਾਂ, ਜਿੱਥੋਂ ਮੈਨੂੰ ਬੁਲਾਵਾ ਆਇਆ ਹੈ, ਮੈਂ ਛੇਤੀ ਦਿਨਾਂ ਉੱਥੇ ਪਹੁੰਚਣਾ ਹੈ, ਬਸ ਮੈਂ ਪੂਜਾ ਕਰਕੇ ਆਉਂਦਾ ਹਾਂ। ਕਹਿ ਦੇ ਉਹ ਆਵੋ ਕਰ ਪੂਜਾ, ਕਿ ਜਾ ਕੇ ਉਹਨਾਂ ਨੂੰ ਕਹਿ ਦਵੋ ਕਿ ਮੈਂ ਪੂਜਾ ਕਰਕੇ ਆਉਂਦਾ ਹਾਂ, ਬਹੁਰ ਕਰੋ ਨਾ ਹੈ ਕਾਰਜ ਦੂਜਾ, ਹੋਰ ਦੂਜਾ ਕੋਈ ਕੰਮ ਨਹੀਂ ਕਰਾਂਗਾ, ਬਸ ਮੈਂ ਆਪਣੀ ਪਾਠ ਪੂਜਾ ਸੰਪੂਰਨ ਕਰਕੇ ਮੈਂ ਘਰ ਦੇ ਵਿੱਚ ਪਹੁੰਚਦਾ ਹਾਂ।
ਸੁਨ ਉੱਤਰ ਕੋ ਤਹਿ ਸਿਨ ਦਾਸਾ, ਕਾਲੂ ਪਾਸ ਕਰੀ ਅਰਦਾਸਾ। ਬ੍ਰਾਹਮਣ ਜੀ ਦਾ, ਪੰਡਤ ਜੀ ਦਾ ਇਹ ਹੁਕਮ ਮੰਨ ਕੇ ਨਾ, ਇਹ ਉੱਤਰ ਸੁਣ ਕੇ, ਜਿਹੜਾ ਮਹਿਤਾ ਕਾਲੂ ਦਾਸ ਜੀ ਵੱਲੋਂ ਭੇਜਿਆ ਹੋਇਆ ਸੇਵਕ ਸੀ ਨਾ, ਉਹ ਛੇਤੀ ਦੇ ਨਾਲ ਵਾਪਸ ਆ ਕੇ ਮਹਿਤਾ ਕਾਲੂ ਜੀ ਪਾਸ ਉਸਨੇ ਆ ਕੇ ਬੇਨਤੀ ਕੀਤੀ, ਸਾਰਾ ਕੁਝ ਉਹਨਾਂ ਨੂੰ ਸੁਣਾਉਣਾ ਕੀਤਾ। ਜੋ ਪੰਡਤ ਜੀ ਨੇ ਉਹਨਾਂ ਨੂੰ ਕਿਹਾ ਸੀ ਵੀ ਮੈਂ ਪਾਠ ਪੂਜਾ ਆਪਣਾ ਸੰਪੂਰਨ ਕਰਕੇ ਤੁਹਾਡੇ ਕੋਲ ਪਹੁੰਚਦਾ ਹਾਂ ਨਾ, ਉਹ ਸਾਰੀ ਕਥਾ, ਉਹ ਸਾਰੀ ਵਿਥਿਆ ਆ ਕੇ ਮਹਿਤਾ ਕਾਲੂ ਦਾਸ ਜੀ ਨੇ ਸੁਣਾਉਣਾ ਕੀਤੀ। ਘਟੀ 5 ਲੋ ਅਰੁਣਾ ਕਰਕੇ, ਆਇਓ ਤਵਿਜ ਸੁਭ ਸਗਨ ਵਿਚਰ ਕੇ। ਘਟੀ 5 ਦਾ ਭਾਵ ਹੁੰਦਾ ਕਿ 5 ਘੜੀਆਂ। ਜਦੋਂ 5ਵੀਂ ਘੜੀ ਪੂਜਾ ਕਰਕੇ ਬ੍ਰਾਹਮਣ ਸ਼ੁਭ ਸ਼ਗਨ ਵਿਚਾਰ ਕੇ ਆਇਆ, ਪੂਜਾ ਸੰਪੂਰਨ ਹੋਈ ਤੇ ਚੰਗਾ ਮੁਹੂਰਤ, ਆਮ ਤੌਰ ਦੇ ਉੱਤੇ ਅਸੀਂ ਅੱਜ ਵੀ ਦੇਖਦੇ ਹਾਂ ਨਾ, ਜਿਹੜੇ ਹਿੰਦੂ ਮਤ ਦੇ ਨਾਲ ਸੰਬੰਧ ਰੱਖਦੇ ਨੇ ਨਾ, ਉਹ ਆਮ ਤੌਰ ਤੇ ਚੰਗੇ ਮਾੜੇ ਸਮੇਂ ਦੀ ਪਰਖ ਕਰਦੇ ਨੇ ਵੀ ਕਿਹੜਾ ਸਮਾਂ ਨਛੱਤਰਾਂ ਦੇ ਅਨੁਸਾਰ ਸਹੀ ਹੈ ਤੇ ਕਿਹੜਾ ਮਾੜਾ ਹੈ। ਤੇ ਪੰਡਤ ਜੀ ਕਹਿੰਦੇ ਨੇ ਕਿ ਮੈਂ ਆਪਣੀਆਂ ਪੂਜਾ ਪਾਠ ਸੰਪੂਰਨ ਕਰਕੇ ਚੰਗਾ ਸਮਾਂ ਵਿਚਾਰ ਕੇ ਆਇਆ ਹਾਂ। ਕਾਲੂ ਕੋ ਸਵਸਤੈਨ ਸੁਨਾਇਓ, ਪਿਖ ਉਸ਼ਾ ਕੋ ਹੁਰ ਉਲਸਾਇਓ। ਤੇ ਆ ਕੇ ਕਹਿੰਦੇ ਮੈਂ ਤਾਂ ਕਾਲੂ ਦਾਸ ਜੀ ਨੂੰ ਉਹਨਾਂ ਨੇ ਆਸ਼ੀਰਵਾਦ ਦਿੱਤਾ, ਆ ਕੇ ਉਹਨਾਂ ਨੂੰ ਆਸ਼ੀਰਵਾਦ ਦਿੱਤਾ। ਤੇ ਇਹ ਸਭ ਕੁਝ ਦੇਖ ਕੇ ਮੈਂ ਤਾਂ ਕਾਲੂ ਦਾਸ ਜੀ ਦੇ ਮਨ ਦੇ ਵਿੱਚ ਬਹੁਤ ਉਤਸ਼ਾਹ ਪੈਦਾ ਹੋਇਆ ਤੇ ਉਹ ਮਨ ਹੀ ਮਨ ਵਿੱਚ ਬਹੁਤ ਪ੍ਰਸੰਨ ਹੋਏ ਨੇ ਕਿ ਮੈਂ ਇਹਨਾਂ ਨੂੰ ਬੁਲਾਇਆ ਸੀ, ਇਹ ਆਪਣਾ ਪਾਠ ਪੂਜਾ ਸੰਪੂਰਨ ਕਰਕੇ ਜਿਸ ਤਰ੍ਹਾਂ ਇਹਨਾਂ ਨੇ ਮੈਨੂੰ ਉੱਤਰ ਦਿੱਤਾ ਸੀ ਉਸੇ ਤਰ੍ਹਾਂ ਆਪਣਾ ਕੰਮ ਨਿਬੇੜ ਕੇ ਛੇਤੀ ਦੇ ਨਾਲ ਸਾਡੇ ਘਰ ਦੇ ਵਿੱਚ ਆ ਗਏ ਨੇ। ਦੋਹਰਾ ਦਿਜਵਰ ਕੋ ਲੈ ਅਜਰ ਮੈਂ, ਸਾਦਰ ਆਸਨ ਡਾਸ। ਬੈਠਾਇਓ ਬਹੁ ਭਾਉ ਕਰ, ਆਪ ਬੈਸ ਤਿਸ ਪਾਸ। ਦਿਜਵਰ ਦਾ ਭਾਵ ਹੁੰਦਾ ਬ੍ਰਾਹਮਣ ਤੇ ਪੰਡਿਤ। ਬ੍ਰਾਹਮਣ ਨੂੰ ਉਹਨਾਂ ਨੇ ਆਪਣੇ ਵਿਹੜੇ ਦੇ ਵਿੱਚ, ਅਜਰ ਦਾ ਭਾਵ ਹੁੰਦਾ ਵਿਹੜਾ। ਜਦੋਂ ਬ੍ਰਾਹਮਣ ਜੀ ਉਹਨਾਂ ਦੇ ਘਰ ਦੇ ਵਿੱਚ ਆਏ ਨਾ, ਮਹਿਤਾ ਕਾਲੂ ਦਾਸ ਜੀ ਨੇ ਉਹਨਾਂ ਨੂੰ ਬੜੇ ਪਿਆਰ ਦੇ ਨਾਲ, ਸਾਦਰ ਦਾ ਭਾਵ ਹੁੰਦਾ ਆਦਰ ਦੇ ਨਾਲ, ਆਸਣ ਦਾ ਭਾਵ ਹੁੰਦਾ ਤਖਤ ਜਾਂ ਜਿੱਥੇ ਬੈਠਣ ਦੀ ਕੋਈ ਜਗ੍ਹਾ ਹੋਵੇ। ਮਹਿਤਾ ਕਾਲੂ ਦਾਸ ਜੀ ਨੇ ਬੜੇ ਸਤਿਕਾਰ ਦੇ ਨਾਲ ਆਪਣੇ ਵਿਹੜੇ ਦੇ ਵਿੱਚ ਉਸ ਬ੍ਰਾਹਮਣ ਨੂੰ, ਉਸ ਪੰਡਤ ਜੀ ਨੂੰ ਪੂਰੇ ਸਤਿਕਾਰ ਦੇ ਨਾਲ ਉੱਥੇ ਬਿਠਾਉਣਾ ਕੀਤਾ। ਬੈਠਿਓ ਬਹੁ ਭਾਉ ਕਰ, ਬੜੇ ਪ੍ਰੇਮ ਦੇ ਨਾਲ ਉਹਨਾਂ ਨੂੰ ਉੱਥੇ ਬਿਠਾਇਆ। ਆਪ ਬੈਸ ਤਿਸ ਪਾਸ, ਤੇ ਆਪ ਵੀ ਉਹਨਾਂ ਦੇ ਕੋਲ, ਉਹਨਾਂ ਦੇ ਪਾਸ ਹੀ ਬੈਠ ਗਏ। ਚੋਪਈ ਕਹਿ ਕਾਲੂ ਸੁਨ ਸ੍ਰੋਣ ਦੀ ਜੰਦੂ, ਦਿਓ ਸਦਨ ਮਮ ਤਾਤ ਗੋਬਿੰਦੂ। ਹੁਣ ਮਹਿਤਾ ਕਾਲੂ ਦਾਸ ਜੀ ਉਸ ਪੰਡਿਤ ਨੂੰ ਵਚਨ ਕਰਦੇ ਨੇ, ਉਸ ਬ੍ਰਾਹਮਣ ਜੀ ਨਾਲ ਵਿਚਾਰ ਕਰਦੇ ਨੇ ਕਿ ਹੇ ਸ੍ਰੇਸ਼ਟ ਬ੍ਰਾਹਮਣ ਜੀ, ਸੁਨ ਸ਼੍ਰੋਣ ਦੀ ਜੰਦੂ ਦਾ ਭਾਵ ਹੁੰਦਾ ਵੀ ਹੇ ਸ੍ਰੇਸ਼ਟ ਬ੍ਰਾਹਮਣ ਜੀ, ਮੇਰੀ ਗੱਲ ਸੁਣੋ। ਦਿਓ ਸਦਨ ਮਮ ਤਾਤ ਗੋਬਿੰਦੂ, ਗੋਬਿੰਦੂ ਦਾ ਭਾਵ ਇੱਥੇ ਪ੍ਰਭੂ ਪਰਮਾਤਮਾ ਦੀ ਗੱਲ ਕੀਤੀ ਗਈ। ਪਰਮਾਤਮਾ ਨੂੰ ਅਸੀਂ ਗੁਰਬਾਣੀ ਦੇ ਵਿੱਚ ਵੀ ਗੋਬਿੰਦ ਦਾ ਜ਼ਿਕਰ ਆਉਂਦਾ ਹੈ, ਪਰਮਾਤਮਾ ਦੇ ਪ੍ਰਥਾ। ਗੋਬਿੰਦ ਸ਼ਬਦ ਵੀ ਗੁਰਬਾਣੀ ਦੇ ਵਿੱਚ ਵਰਤਿਆ ਗਿਆ। ਕਹਿੰਦੇ ਉਸ ਪਰਮਾਤਮਾ ਨੇ, ਤਾਤ ਦਾ ਭਾਵ ਹੁੰਦਾ ਪੁੱਤਰ, ਉਸ ਪ੍ਰਭੂ ਪਰਮਾਤਮਾ ਨੇ ਮੇਰੇ ਸਦਨ ਦੇ ਵਿੱਚ, ਮੇਰੇ ਘਰ ਦੇ ਵਿੱਚ ਮੈਨੂੰ ਪੁੱਤਰ ਦੀ ਦਾਤ ਬਖਸ਼ੀ ਹੈ। ਮੁਝ ਪਰ ਨਿਜ ਅਨੁਕੰਪਾ ਤਾਰੋ, ਸੋਧ ਮਹੂਰਤ ਲਗਨ ਵਿਚਾਰੋ। ਹੁਣ ਮਹਿਤਾ ਕਾਲੂ ਦਾਸ ਜੀ ਤੇ ਬੇਨਤੀ ਕਰਦੇ ਨੇ ਕਿ ਹੇ ਪੰਡਤ ਜੀ, ਮੇਰੇ ਤੇ ਕਿਰਪਾ ਕਰੋ, ਮੇਰੇ ਤੇ ਰਹਿਮਤ ਕਰੋ ਤੇ ਸੋਧ ਕੇ ਲਗਨ ਤੇ ਮਹੂਰਤ ਤੇ ਵਿਚਾਰ ਕਰੋ ਵੀ ਕਿਹੜਾ ਸਮਾਂ ਚੰਗਾ ਸੀ ਜਾਂ ਕਿਹੜਾ ਸਮਾਂ ਮਾੜਾ ਹੈ। ਅਸੀਂ ਪਿੱਛੇ ਵਿਚਾਰ ਸਰਵਣ ਕੀਤੀ ਹੈ, ਗੁਰੂ ਨਾਨਕ ਸਾਹਿਬ ਜੀ ਦੇ ਜਨਮ ਦੀ ਬਾਬਤ ਦੀ ਵਿਚਾਰ ਹੈ। ਸਿੱਖੀ ਦੀ ਵਿਚਾਰਧਾਰਾ ਉਹਨਾਂ ਦੇ ਜਨਮ ਤੋਂ ਬਾਅਦ, ਉਹਨਾਂ ਦੀ ਪ੍ਰਚਾਰ ਫੇਰੀਆਂ ਦੇ ਦੌਰਾਨ, ਜਦੋਂ ਉਹਨਾਂ ਨੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਕੀਤਾ, ਉਦੋਂ ਸਾਡੇ ਸਿੱਖ ਮਤ ਦੀ ਆਰੰਭਤਾ ਹੋਈ ਹੈ। ਭੇਦ ਸ਼ੁਭਾ ਸ਼ੁਭ ਸਭ ਲਖ ਨੀਜੈ, ਭਵ ਪਤਰੀ ਇਸ ਕੀ ਲਿਖ ਦੀਜੈ। ਕਿ ਚੰਗੇ ਮੰਦੇ ਦੇ ਭੇਦ ਨੂੰ ਸਮਝ ਲਓ ਤੇ ਬਾਲਕ ਦੀ ਜਨਮ ਪੱਤਰੀ ਤਿਆਰ ਕਰੋ। ਬਾਲਕ ਦੀ ਜਿਹੜੀ ਜਨਮ ਪੱਤਰੀ ਆ, ਭਵ ਦਾ ਭਾਵ ਹੁੰਦਾ ਜਨਮ, ਜਿਹੜੀ ਜਨਮ ਪੱਤਰੀ ਹੈ ਤਿਆਰ ਕਰੋ। ਜਿਸ ਜਨਮ ਪੱਤਰੀ ਨੂੰ ਪੜ੍ਹ ਕੇ ਭਾਈ ਬਾਲਾ ਜੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਨੂੰ ਸੁਣਾਉਣਾ ਕਰਦੇ ਨੇ ਨਾ, ਇਹ ਉਸ ਜਨਮ ਪੱਤਰੀ ਦੀ ਗੱਲ ਕੀਤੀ ਗਈ ਹੈ।
ਜਿਹੜੀ ਬਾਅਦ ਦੇ ਵਿੱਚ ਜਾ ਕੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਨੇ ਉਹਨਾਂ ਕੋਲੋਂ ਮੰਗਵਾਈ ਸੀ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਚਾਚਾ ਜੀ ਦੇ ਕੋਲ, ਭਾਈ ਲਾਲੂ ਜੀ ਦੇ ਕੋਲ ਜਿਹੜੀ ਪਈ ਸੀ, ਤੇ ਭਾਈ ਬਾਲਾ ਜੀ ਉਹ ਜਨਮ ਪੱਤਰੀ ਨੂੰ ਲੈਣ ਦੇ ਵਾਸਤੇ ਤਲਵੰਡੀ ਪਹੁੰਚੇ ਸਨ। ਕਹਿੰਦੇ ਵੀ ਤੁਸੀਂ ਚੰਗੇ ਮਾੜੇ ਦੀ ਪਰਖ ਕਰਕੇ ਬੱਚੇ ਦੀ ਜਿਹੜੀ ਜਨਮ ਪੱਤਰੀ ਹੈ ਉਹ ਤਿਆਰ ਕਰੋ। ਕੁੰਕਮ ਕਾਗਦ ਕਾਲੂ ਅਨਹੋ ਗਣਪਤ ਪੂਜ ਗ੍ਰਹਿ ਸਨਮਨਹੁ। ਜਦੋਂ ਕਾਲੂ ਜੀ ਦੇ ਇਹ ਵਿਚਾਰ ਸੁਣੀ ਨਾ ਕਾਲੂ ਜੀ ਨੇ, ਤਾਂ ਉਸ ਸਮੇਂ ਫਿਰ ਜਿਹੜੇ ਕਾਲੂ ਜੀ ਨੇ ਬਚਨ ਆਖੇ ਵੀ ਭਾਵ ਪੱਤਰੀ ਤਿਆਰ ਕਰੋ, ਜਨਮ ਪੱਤਰੀ ਤਿਆਰ ਕਰੋ, ਤਾਂ ਸਾਰਾ ਕੁਝ ਵਿਚਾਰ ਹੋਣ ਤੋਂ ਬਾਅਦ ਕੁੰਕਮ ਦਾ ਭਾਵ ਹੁੰਦਾ ਹੈ ਕੇਸਰ, ਕੇਸਰ ਅਤੇ ਕਾਗਜ਼ ਦਾ ਪ੍ਰਬੰਧ ਕੀਤਾ ਗਿਆ ਵੀ ਅਸੀਂ ਜਨਮ ਪੱਤਰੀ ਤਿਆਰ ਕਰੀਏ। ਗਣਪਤ ਪੂਜ ਗ੍ਰਹਿ ਸਨਮਾਨੋ। ਫਿਰ ਜਿਹੜੇ ਪੰਡਿਤ ਜੀ ਸਨ ਉਹਨਾਂ ਨੇ ਗਣਪਤੀ ਦੀ ਪੂਜਾ ਕੀਤੀ। ਗਣਪਤ ਦਾ ਭਾਵ ਹੁੰਦਾ ਗਣੇਸ਼। ਉਹਨਾਂ ਨੇ ਗਣੇਸ਼ ਦੀ ਆਰਾਧਨਾ ਕੀਤੀ, ਗਣੇਸ਼ ਜੀ ਦੀ ਪੂਜਾ ਕੀਤੀ ਤੇ ਸਾਰੇ ਗ੍ਰਹਿਾਂ ਦਾ ਸਨਮਾਨ ਕੀਤਾ ਪੰਡਿਤ ਜੀ ਨੇ। ਬਾਲਕ ਸ਼ਬਦ ਲਿਓ ਜੋ ਜਨਮਾ ਸੋ ਸ਼ਬਦ ਸੁਨਾਓ ਸ਼ਰਵਨਮਾ। ਹੁਣ ਬ੍ਰਾਹਮਣ ਜੀ ਕਹਿਣ ਲੱਗੇ ਕਿ ਹੇ ਭਾਈ, ਜਦੋਂ ਬੱਚੇ ਨੇ ਜਨਮ ਲਿਆ ਸੀ, ਜਨਮ ਸਮੇਂ ਬਾਲਕ ਨੇ ਕਿਹੜੇ ਸ਼ਬਦ ਆਖੇ ਸਨ, ਤੇ ਉਹੀ ਸ਼ਬਦ ਮੇਰੇ ਕੰਨਾਂ ਵਿੱਚ ਪਾਓ। ਕਿਹੋ ਜਿਹਾ ਭਾਵ? ਇਹ ਹੁਣ ਅਸੀਂ ਆਮ ਤੌਰ ਦੇ ਉੱਤੇ ਜਾਣਦੇ ਹਾਂ ਕਿ ਜਨਮ ਤੋਂ ਬਹੁਤ ਸਮੇਂ ਬਾਅਦ ਬੱਚਾ ਬੋਲਣਾ ਸ਼ੁਰੂ ਕਰਦਾ। ਹੁਣ ਇੱਥੇ ਬੋਲ ਦਾ ਭਾਵ ਇਹ ਸੀ ਕਿ ਉਹਨਾਂ ਦੇ ਚਿਹਰੇ ਦੇ ਹਾਵ ਭਾਵ ਕਿਹੋ ਜਿਹੇ ਸਨ। ਬੱਚੇ ਦਾ ਜਦੋਂ ਜਨਮ ਹੋਇਆ, ਆਮ ਤੌਰ ਦੇ ਉੱਤੇ ਹੁਣ ਦਾਈ ਜੀ ਨੇ ਵੀ ਜ਼ਿਕਰ ਕੀਤਾ ਸੀ ਨਾ ਕਿ ਬੱਚੇ ਨੇ ਹੈਰਾਨ ਕਰ ਦਿੱਤਾ। ਮੈਂ ਹੈਰਾਨ ਹਾਂ, ਬੱਚੇ ਰੋਂਦੇ ਨੇ ਪਰ ਇਹ ਬੱਚਾ ਹੱਸ ਰਿਹਾ। ਹੁਣ ਉਸ ਬਾਬਤ ਹੀ ਪੰਡਿਤ ਜੀ ਆਖਦੇ ਨੇ ਵੀ ਜਿਹੋ ਜਿਹੇ ਬੱਚੇ ਦੇ ਹਾਵ ਭਾਵ ਸਨ, ਜਿਹੋ ਜਿਹੀ ਉਸ ਸਮੇਂ ਉਹਨਾਂ ਦੇ ਚਿਹਰੇ ਦੀ ਬੋਲਬਾਣੀ ਸੀ, ਉਹ ਮੈਨੂੰ ਦੱਸਣਾ ਕਰੋ ਕਿ ਬੱਚੇ ਨੇ ਸਭ ਤੋਂ ਪਹਿਲਾਂ ਕਿਹੋ ਜਿਹੇ ਹਾਵ ਭਾਵ ਸਨ। ਭਇਓ ਕਾਲ ਕਿਸ ਜਨਮ ਸੁਨਾਵੋ ਬੂਝੋ ਤਾਏ ਹਜੂਰ ਬੁਲਾਵੋ। ਫਿਰ ਅੱਗੇ ਹੁਣ ਜ਼ਿਕਰ ਕਰਦੇ ਨੇ ਪੰਡਿਤ ਜੀ ਕਿ ਕਿਸ ਵਕਤ ਬਾਲਕ ਨੇ ਜਨਮ ਲਿਆ ਸੀ। ਉਹ ਸਮਾਂ ਕਿਹੜਾ ਸੀ? ਜਦੋਂ ਇਸ ਬਾਲਕ ਨੇ ਜਨਮ ਧਾਰਨ ਕੀਤਾ। ਬੂਝੋ ਤਾਏ ਹਜੂਰ ਬੁਲਾਵੋ, ਵੀ ਉਹ ਸਮਾਂ ਵੀ ਮੈਨੂੰ ਦੱਸੋ, ਨਾਲ ਹੀ ਮੈਨੂੰ ਉਹ ਦਾਈ ਨਾਲ ਮਿਲਾਵੋ, ਉਹ ਦਾਈ ਨੂੰ ਬੁਲਾਓ ਜਿਸ ਦੇ ਹੱਥਾਂ ਦੇ ਵਿੱਚ ਇਸ ਬੱਚੇ ਦਾ ਜਨਮ ਹੋਇਆ ਹੈ। ਸ਼੍ਰੀ ਨਾਨਕ ਕੀ ਦੌਲਤ ਦਾਈ ਸੋ ਕਾਲੂ ਤਤਕਾਲ ਬੁਲਾਈ। ਕਹਿੰਦੇ ਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਜਿਹੜੀ ਦਾਈ ਸੀ, ਉਸ ਦਾਈ ਦਾ ਨਾਮ ਹੈ ਦੌਲਤਾਂ ਦਾਈ। ਕੱਲ ਦੇ ਦੀਵਾਨਾਂ ਦੇ ਵਿੱਚ ਅਸੀਂ ਦਾਈ ਦੌਲਤਾਂ ਜੀ ਦੇ ਇਤਿਹਾਸ ਦੇ ਬਾਬਤ ਵੀ ਸਾਂਝ ਪਾਈ ਸੀ। ਤੇ ਛੇਤੀ ਦਿਨ ਮਹਿਤਾ ਕਾਲੂ ਦਾਸ ਜੀ ਨੇ ਉਸ ਦਾਈ ਦੌਲਤਾਂ ਨੂੰ ਆਪਣੇ ਕੋਲ ਬੁਲਾਇਆ। ਮੈਂ ਇੱਕ ਵਾਰੀ ਫਿਰ ਆਪ ਜੀ ਦੇ ਨਾਲ ਦਾਈ ਦੌਲਤਾਂ ਦਾ ਥੋੜਾ ਜਿਹਾ ਇਤਿਹਾਸ ਸਾਂਝਾ ਕਰਦਾ ਹਾਂ। ਦਾਈ ਦੌਲਤਾਂ ਜਦੋਂ ਆਪਣਾ ਜੀਵਨ ਨਿਰਵਾਹ ਕਰਦੇ ਆ ਨਾ, ਘਰ ਦੇ ਵਿੱਚ ਬਹੁਤ ਗਰੀਬੀ ਹੈ। ਆਮ ਤੌਰ ਦੇ ਉੱਤੇ ਗਰੀਬੀ ਭਰਿਆ ਜੀਵਨ ਬਤੀਤ ਕਰਦੇ ਨੇ ਤੇ ਘਰ ਦੇ ਵਿੱਚ ਕਈ ਵਾਰੀ ਖਾਣ ਦੇ ਲਈ ਰਾਸ਼ਨ ਪਾਣੀ, ਅੰਨ ਦਾ ਕੋਈ ਪ੍ਰਬੰਧ ਨਹੀਂ ਹੁੰਦਾ। ਤੇ ਆਪਣੇ ਮਾਂ-ਬਾਪ ਦੇ ਉੱਤੇ ਵੀ ਹੈਰਾਨ ਹੁੰਦੇ ਨੇ ਤੇ ਆਪਣੇ ਆਪ ਉੱਤੇ ਵੀ ਹੈਰਾਨ ਹੁੰਦੇ ਨੇ ਕਿ ਘਰਦਿਆਂ ਨੇ ਨਾ ਤਾਂ ਮੇਰਾ ਦੌਲਤਾਂ ਰੱਖ ਦਿੱਤਾ, ਪਰ ਦੌਲਤਾਂ ਨਾ ਰੱਖਣ ਦੇ ਬਾਵਜੂਦ ਵੀ ਮੈਂ ਆਪਣੇ ਤਨ ਦੇ ਉੱਤੇ, ਆਪਣੇ ਸਰੀਰਕ ਤੌਰ ਦੇ ਉੱਤੇ ਗਰੀਬੀ ਹੰਢਾ ਰਹੀ ਹਾਂ। ਤਾਂ ਇਲਾਕੇ ਦੀ ਦਾਈ ਹੈ। ਤਾਂ ਜਦੋਂ ਉਹਨਾਂ ਨੂੰ ਮਹਿਤਾ ਕਾਲੂ ਦਾਸ ਜੀ ਦੇ ਘਰ ਦੇ ਵਿੱਚ ਖੁਸ਼ੀਆਂ ਆਉਣ ਦੇ ਬਾਬਤ ਪਤਾ ਲੱਗਾ, ਤਾਂ ਉਹਨਾਂ ਨੇ ਪਟਵਾਰੀ ਨੂੰ, ਮਹਿਤਾ ਕਾਲੂ ਦਾਸ ਜੀ ਨੂੰ ਆਖਿਆ ਕਿ ਜਦੋਂ ਤੁਹਾਡੇ ਘਰ ਦੇ ਵਿੱਚ ਖੁਸ਼ੀਆਂ ਭਰਿਆ ਮਾਹੌਲ ਹੈ ਨਾ, ਮੈਂ ਜੋ ਮੇਰਾ ਦਿਲ ਕਰੇਗਾ, ਜੋ ਕੁਝ ਵੀ ਮੈਂ ਮੰਗਣਾ ਚਾਹਾਂਗੀ, ਤੁਸੀਂ ਮੈਨੂੰ ਮਨਾ ਨਾ ਕਰਨਾ। ਜਿਸ ਚੀਜ਼ ਦੀ ਵੀ ਮੈਨੂੰ ਜ਼ਰੂਰਤ ਹੋਵੇਗੀ ਨਾ, ਉਹ ਮੈਂ ਤੁਹਾਡੇ ਘਰ ਦੇ ਕੋਲੋਂ ਲੈ ਕੇ ਜਾਵਾਂਗੀ, ਤੁਹਾਡੇ ਘਰੋਂ ਲੈ ਕੇ ਜਾਵਾਂਗੀ, ਜਦੋਂ ਤੁਹਾਡੇ ਘਰ ਦੇ ਵਿੱਚ ਪੁੱਤਰ ਦੀ ਦਾਤ ਪਰਮਾਤਮਾ ਨੇ ਬਖਸ਼ਿਸ਼ ਕੀਤੀ। ਹੁਣ ਘਰ ਦੇ ਵਿੱਚ ਖੁਸ਼ੀਆਂ ਭਰਿਆ ਮਾਹੌਲ ਆ ਗਿਆ। ਦਾਈ ਦੌਲਤਾਂ ਜੀ ਤੇ ਹੋਰ ਇਲਾਕੇ ਦੀਆਂ ਜਿੰਨੀਆਂ ਵੀ ਦਾਈਆਂ ਸਨ, ਮਾਤਾ ਤ੍ਰਿਪਤਾ ਜੀ ਦੀ ਸੇਵਾ ਕਰਨ ਦੇ ਲਈ ਆ ਗਈਆਂ। ਜਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਅਵਤਾਰ ਧਾਰਨ ਹੁੰਦਾ ਹੈ, ਜਦੋਂ ਪ੍ਰਗਟ ਹੁੰਦੇ ਨੇ, ਜਦੋਂ ਦਾਈ ਦੌਲਤਾਂ ਜੀ ਆਪਣੇ ਹੱਥਾਂ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਬਾਲ ਸਰੂਪ ਨੂੰ ਆਪਣੇ ਹੱਥਾਂ ਦੇ ਵਿੱਚ ਚੱਕਦੇ ਨੇ ਨਾ, ਤਾਂ ਅੰਦਰੋਂ ਦਾਈ ਦੌਲਤਾਂ ਚੁੱਪ ਹੋ ਗਈ।
ਜਿਹੜੀ ਬਾਹਰੀ ਤੌਰ ਦੇ ਉੱਤੇ ਕਦੇ ਇਹ ਮਹਿਤਾ ਕਾਲੂ ਦਾਸ ਜੀ ਨਾਲ ਵਚਨ ਕਰਦੇ ਸੀ ਨਾ ਕਿ ਮੈਂ ਅਨੇਕਾਂ ਧਨ ਪਦਾਰਥ ਤੁਹਾਡੇ ਘਰ ਦੇ ਕੋਲੋਂ ਲੈ ਕੇ ਜਾਵਾਂਗੀ, ਅਨੇਕਾਂ ਦੌਲਤ ਤੁਹਾਡੇ ਘਰੋਂ ਲੈ ਕੇ ਜਾਵਾਂਗੀ ਜਦੋਂ ਤੁਹਾਡੇ ਘਰੋਂ ਪੁੱਤਰ ਦੀ ਦਾਤ ਪ੍ਰਾਪਤ ਹੋਵੇ। ਜਦੋਂ ਸਾਰਾ ਕੁਝ ਵਰਤਾਂਤ ਦੇਖਦੀ ਤਾਂ ਦਾਈ ਦੌਲਤਾਂ ਚੁੱਪ ਰਹਿ ਜਾਂਦੀ। ਸ਼ਾਇਦ ਦਾਈ ਦੌਲਤਾਂ ਉਸ ਦਿਨ ਅਸਲ ਦੇ ਵਿੱਚ ਸਮਝ ਗਈ ਕਿ ਮੇਰਾ ਨਾਮ ਘਰਦਿਆਂ ਨੇ ਦੌਲਤਾਂ ਕਿਉਂ ਰੱਖਿਆ। ਦਾਈ ਦੌਲਤਾਂ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਰੁਕਣ ਦਾ ਨਾਮ ਨਹੀਂ ਲੈ ਰਹੇ ਤੇ ਦਾਈ ਦੌਲਤਾਂ ਆਪਣੇ ਆਪ ਦੇ ਨਾਲ ਸਵਾਲ ਜਵਾਬ ਕਰਦੀ ਨਾ, ਜਿਹੜਾ ਸਵਾਲ ਉਸਦੇ ਜੀਵਨ ਦੇ ਵਿੱਚ ਜਨਮ ਤੋਂ ਸੀ ਕਿ ਮੈਂ ਹੈ ਤਾਂ ਕੰਗਾਲ, ਮੈਂ ਗਰੀਬੀ ਭਰਿਆ ਜੀਵਨ ਬਤੀਤ ਕਰਦੀ, ਪਰ ਘਰ ਦੇ ਨੇ ਮੇਰਾ ਨਾਮ ਦਾਈ ਦੌਲਤਾਂ ਰੱਖਿਆ। ਦੌਲਤਾਂ ਕਹਿ ਕੇ ਬੁਲਾਉਂਦੇ ਨੇ, ਪਰ ਅੱਜ ਸੱਚਮੁੱਚ ਮੈਂ ਇਸ ਬਾਲਕ ਦੇ ਦਰਸ਼ਨ ਕਰਕੇ ਸੱਚਮੁੱਚ ਹੀ ਦੌਲਤਾਂ ਵਾਲੀ ਹੋ ਗਈ, ਸੱਚਮੁੱਚ ਹੀ ਧਨਵਾਨ ਹੋ ਗਈ ਕਿ ਮੇਰੇ ਹੁਣ ਕੋਲ ਕੋਈ ਵੀ ਸ਼ਬਦ ਕਹਿਣ ਨੂੰ ਨਹੀਂ ਰਹੇ ਤੇ ਨਾ ਹੀ ਹੰਝੂ ਰੁਕਣ ਦਾ ਨਾਮ ਲੈ ਰਹੇ। ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਕਿ ਸਭ ਤੋਂ ਪਹਿਲਾਂ ਕਿ ਦਾਈ ਦੌਲਤਾਂ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਸਰੂਪ ਦੇ ਵਿੱਚੋਂ ਹੀ ਪਰਮਾਤਮਾ ਦੇ ਦਰਸ਼ਨ ਕੀਤੇ ਸਨ। ਪਰਮਾਤਮਾ ਦੀ ਜੋਤ ਜਿਹੜੀ ਸੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਰਾਹੀਂ ਇਸ ਸੰਸਾਰ ਦੇ ਵਿੱਚ ਪ੍ਰਗਟ ਹੋਈ। ਸਭ ਤੋਂ ਪਹਿਲਾਂ ਦਾਈ ਦੌਲਤਾਂ ਨੇ ਹੀ ਇਹ ਪਹਿਚਾਣ ਕੀਤੀ ਸੀ। ਬਾਅਦ ਦੇ ਵਿੱਚ ਬੇਬੇ ਨਾਨਕੀ ਜੀ ਦਾ ਜ਼ਿਕਰ ਆਉਂਦਾ ਤੇ ਫਿਰ ਨਾਲ ਦੀ ਨਾਲ ਰਾਏ ਗੁਲਾਬ ਦਾ ਵੀ ਜ਼ਿਕਰ ਆਉਂਦਾ। ਇਹ ਪਹਿਲੇ 3 ਸਿੱਖ ਮੰਨੇ ਜਾਂਦੇ ਨੇ ਜਿਹੜੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਹੋਏ। ਦਾਈ ਦੌਲਤਾਂ ਉਸ ਦਿਨ ਹੈਰਾਨ ਰਹਿ ਗਈ ਤੇ ਆਖਦੀ ਹੈ ਕਿ ਹੁਣ ਮੈਂ ਸੱਚਮੁੱਚ ਹੀ ਧਨ ਵਾਲੀ ਹੋ ਗਈ, ਮੇਰਾ ਮਨ ਗੁਣਾਂ ਨਾਲ ਭਰ ਗਿਆ, ਮੇਰਾ ਮਨ ਦੇ ਵਿੱਚ ਜਿਹੜੀ ਤ੍ਰਿਪਤੀ ਸੀ ਉਹ ਪੂਰੀ ਹੋ ਗਈ। ਹੁਣ ਮੈਂ ਮਨ ਕਰਕੇ ਖੁਸ਼ ਹਾਂ, ਮਨ ਕਰਕੇ ਦੌਲਤਾਂ ਵਾਲੀ ਹੋ ਗਈ। ਅੱਜ ਮੈਨੂੰ ਸੱਚਮੁੱਚ ਪਤਾ ਲੱਗ ਗਿਆ ਮੇਰੇ ਘਰਦਿਆਂ ਨੇ ਕਿਉਂ ਮੇਰਾ ਨਾਮ ਦੌਲਤਾਂ ਰੱਖਿਆ ਸੀ। ਹੁਣ ਮਹਿਤਾ ਕਾਲੂ ਦਾਸ ਜੀ ਉਸ ਦਾਈ ਨੂੰ ਆਖਦੇ ਨੇ ਵੀ ਮੰਗ ਕੀ ਮੰਗਣਾ, ਤੂੰ ਤਾਂ ਮੈਨੂੰ ਕਹਿੰਦੀ ਸੀ ਵੀ ਮੈਂ ਤੁਹਾਡੇ ਘਰ ਦੇ ਵਿੱਚੋਂ ਧਨ ਲੈ ਕੇ ਜਾਵਾਂਗੀ, ਦੌਲਤ ਲੈ ਕੇ ਜਾਵਾਂਗੀ, ਜੋ ਮੇਰਾ ਦਿਲ ਕਰਾਂਗੀ ਮੈਂ ਮੰਗਾਂਗੀ। ਤਾਂ ਮਹਿਤਾ ਕਾਲੂ ਦਾਸ ਜੀ ਮੌਕੇ ਦੇ ਪਟਵਾਰੀ ਨੇ ਤਾਂ ਆਖਦੇ ਨੇ ਵੀ ਹੁਣ ਦੱਸੋ ਦਾਈ ਜੀ ਤੁਹਾਡੀ ਕੀ ਇੱਛਾ ਹੈ। ਤਾਂ ਉਹ ਦਾਈ ਦੌਲਤਾਂ ਚੁੱਪ ਕਰਦੀ ਹੈ ਤੇ ਇੰਨੀ ਗੱਲ ਆਖਦੀ ਕਿ ਜੋ ਕੁਝ ਮੈਨੂੰ ਚਾਹੀਦਾ ਸੀ ਉਹ ਮੈਨੂੰ ਆਪਣੇ ਆਪ ਮਿਲ ਗਿਆ, ਹੁਣ ਮੈਂ ਤੁਹਾਡੇ ਦਰ ਦੇ ਕੋਲੋਂ ਕੀ ਮੰਗਾਂ। ਉਸ ਦਾਈ ਦੌਲਤਾਂ ਦਾ ਇਤਿਹਾਸ ਦੇ ਵਿੱਚ ਜ਼ਿਕਰ ਆਇਆ ਕਿ ਕਹਿੰਦੇ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਜਿਹੜੀ ਦਾਈ ਦੌਲਤਾਂ ਸੀ ਸੋ ਕਾਲੂ ਤਤਕਾਲ ਬੁਲਾਈ। ਮਹਿਤਾ ਕਾਲੂ ਦਾਸ ਜੀ ਨੇ ਤੁਰੰਤ ਉਹਨਾਂ ਨੂੰ ਬੁਲਾ ਲਿਆ ਕਿਉਂਕਿ ਉਹਨਾਂ ਦੇ ਹੱਥਾਂ ਦੇ ਵਿੱਚ ਬੱਚੇ ਦਾ ਜਨਮ ਹੋਇਆ ਹੈ। ਪੰਡਿਤ ਜੀ ਆਖਦੇ ਨੇ ਨਾ ਵੀ ਉਹਨਾਂ ਦੇ ਬੱਚੇ ਦੇ ਜਨਮ ਦੇ ਸਮੇਂ ਕਿਹੋ ਜਿਹੇ ਹਾਵ ਭਾਵ ਸਨ, ਚਿਹਰੇ ਦੀ ਬੋਲਬਾਣੀ ਕਿਹੋ ਜਿਹੀ ਸੀ, ਉਹ ਸਾਰੀ ਮੈਨੂੰ ਦੱਸੋ ਤਾਂ ਮੈਂ ਜਨਮ ਪੱਤਰੀ ਤਿਆਰ ਕਰ ਸਕਦਾ ਹਾਂ। ਪਠੇ ਦਾਸ ਸਭ ਸੋਜ ਮੰਗਾਈ, ਜੋ ਜੋ ਤਿਜ ਬਰਤੀਨ ਰਜਾਈ। ਤੇ ਨਾਲ ਹੀ ਨਾਲ ਉਹਨਾਂ ਨੇ ਨੌਕਰ ਨੂੰ ਉਹ ਚੀਜ਼ਾਂ ਲੈਣ ਵਾਸਤੇ ਭੇਜ ਦਿੱਤਾ ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਪੰਡਤ ਜੀ ਨੂੰ ਸੀ। ਉਹ ਸਭ ਚੀਜ਼ਾਂ ਲਿਆਂਦੀਆਂ ਗਈਆਂ ਜਿਹੜੀਆਂ ਚੀਜ਼ਾਂ ਦੀ ਬ੍ਰਾਹਮਣ ਜੀ ਨੂੰ ਉਸ ਸਮੇਂ ਲੋੜ ਸੀ, ਜਿਨ੍ਹਾਂ ਨੂੰ ਲਿਆਉਣ ਲਈ ਬ੍ਰਾਹਮਣ ਨੇ ਆਗਿਆ ਕੀਤੀ ਸੀ। ਦੋਹਰਾ ਗ੍ਰਹਿ ਪਿਖੇਕ ਕੀ ਬਸਤ ਸਭ ਕਾਲੂ ਤੇ ਲਾਏ। ਬਹੁਰੂ ਬੈਸਿਓ ਪਾਸ ਬਿਪ ਬਦਨੇ ਬਚਨੇ ਲਾਏ। ਆਮ ਤੌਰ ਦੇ ਉੱਤੇ ਜਦੋਂ ਕੋਈ ਵੀ ਧਾਰਮਿਕ ਆਗੂ ਜਾਂ ਕਿਸੇ ਵੀ ਧਰਮ ਦੇ ਨਾਲ ਸੰਬੰਧਿਤ ਰੱਖਣ ਵਾਲੇ ਜਿਹੜੇ ਧਰਮ ਦੇ ਪੈਰੋਕਾਰ ਨੇ ਨਾ, ਅਸੀਂ ਵੀ ਜੇਕਰ ਆਪਣੇ ਮਤ ਦੀ ਗੱਲ ਕਰ ਲਈਏ, ਸਿੱਖ ਮਤ ਦੀ ਗੱਲ ਕਰੀਏ, ਤਾਂ ਸਾਨੂੰ ਵੀ ਹੁਕਮ ਹੈ ਵੀ ਕੋਈ ਵੀ ਕਾਰਜ ਆਰੰਭ ਕਰਨਾ ਤਾਂ ਸਭ ਤੋਂ ਪਹਿਲਾਂ ਆਪਣੇ ਇਸ਼ਟ ਦੇ ਅੱਗੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਸਨਮੁਖ ਹੋ ਕੇ ਅਰਦਾਸ ਬੇਨਤੀ ਕਰਕੇ ਉਸ ਕਾਰਜ ਦੀ ਆਰੰਭਤਾ ਕਰੋ ਤਾਂ ਉਸ ਕਾਰਜ ਦੇ ਵਿੱਚ ਕਦੇ ਵੀ ਵਿਘਨ ਨਹੀਂ ਆਵੇਗਾ, ਉਹ ਨਿਰਵਿਘਨ ਉਹ ਕਾਰਜ ਸੰਪੂਰਨ ਹੋਵੇਗਾ। ਹੁਣ ਇੱਥੇ ਵੀ ਜ਼ਿਕਰ ਕਰਦੇ ਨੇ ਕਿ ਜਿਹੜੀ ਸਮੱਗਰੀ, ਜਿਹੜੀਆਂ ਚੀਜ਼ਾਂ ਬ੍ਰਾਹਮਣ ਜੀ ਨੇ ਆਖੀਆਂ ਸਭ ਉਹ ਮਹਿਤਾ ਕਾਲੂ ਦਾਸ ਜੀ ਨੇ ਆਪਣੇ ਸੇਵਕ ਨੂੰ ਭੇਜ ਕੇ ਮੰਗਵਾ ਲਈਆਂ। ਤੇ ਹੁਣ ਅੱਗੇ ਜ਼ਿਕਰ ਕਰਦੇ ਨੇ ਗ੍ਰਹਿ ਪੂਜਨ ਦੀਆਂ ਸਾਰੀਆਂ ਜਿਹੜੀਆਂ ਵਸਤੂਆਂ ਸੀ ਨਾ ਉਹ ਮਹਿਤਾ ਕਾਲੂ ਦਾਸ ਜੀ ਉੱਥੇ ਲੈ ਆਏ। ਬਹੁਰੋ ਬੈਸਿਓ ਪਾਸ ਬਿਪ ਬਦਨੇ ਬਚਨਾ ਲਾਏ। ਫਿਰ ਬ੍ਰਾਹਮਣ ਜੀ ਦੇ ਪਾਸ ਬੈਠ ਕੇ ਉਸ ਪੰਡਤ ਜੀ ਦੇ ਕੋਲ ਬੈਠ ਕੇ ਤੇ ਉਹਨਾਂ ਨੇ ਇਹ ਵਚਨ ਕਹੇ, ਚੌਪਈ ਘਟੀ ਏਕ ਦੋ ਜਾਮ ਤਰੇ ਜਾਮਾ, ਬਿਤੀ ਹੁਤੀ ਸਿਸ ਪਾਵਿਆ ਵਿਰਾਮਾ। ਘਟੀ ਇੱਕ ਦਾ ਭਾਵ ਹੁੰਦਾ ਇੱਕ ਘੜੀ, ਦੋ ਜਾਮ ਦਾ ਭਾਵ ਹੈ ਦੋ ਪਹਿਰ, ਤ੍ਰਿਜਾਮਾ
ਭਾਵ ਇੱਕ ਘੜੀ ਦੋ ਪਹਿਰ ਰਾਤ ਬੀਤੀ ਸੀ। ਬੀਤੀ ਹੁਤੀ ਸਿਸ ਭਾਵ ਅਬਰਾਮਾ, ਜਦ ਸੁੰਦਰ ਬਾਲਕ ਨੇ ਜਨਮ ਲਿਆ ਸੀ। ਹੁਣ ਪੰਡਤ ਜੀ ਸਮਾਂ ਵੀ ਪੁੱਛਦੇ ਨੇ ਵੀ ਕਿਹੜੇ ਸਮੇਂ ਬੱਚੇ ਦਾ ਜਨਮ ਹੋਇਆ, ਤਾਂ ਇੱਥੇ ਆਖਦੇ ਨੇ ਕਿ ਇੱਕ ਘੜੀ ਦੋ ਪਹਿਰ ਰਾਤ ਬੀਤੀ ਸੀ ਤੇ ਨਾਲ ਹੀ ਨਾਲ ਉਸ ਸਮੇਂ ਇਸ ਬਾਲਕ ਦਾ ਜਿਹੜਾ ਸੀ ਜਨਮ ਹੋਇਆ ਹੈ। ਕੌਣ ਸ਼ਬਦ ਲੈ ਉਪਜਿਓ ਬਾਲਕ, ਧਾਏ ਬਤਾਵੋ ਸੋਦਤ ਕਾਲਕ। ਧਾਏ ਦਾ ਭਾਵ ਹੁੰਦਾ ਦਾਈ। ਫਿਰ ਪੰਡਤ ਜੀ ਦਾਈ ਨੂੰ ਪੁੱਛਦੇ ਨੇ ਕਿ ਜਨਮ ਦੇ ਸਮੇਂ ਇਹਨਾਂ ਨੇ ਕਿਹੜੇ ਬਚਨ ਉਚਾਰੇ ਸਨ, ਇਹਨਾਂ ਦਾ ਚਿਹਰੇ ਦੇ ਹਾਵ ਭਾਵ ਕਿਹੋ ਜਿਹੇ ਸਨ। ਉਹ ਸਾਰੀ ਦੀ ਸਾਰੀ ਵਿਥਿਆ ਜਿਹੜੀ ਹੈ ਉਹ ਮੈਨੂੰ ਛੇਤੀ ਦੇਣਾ ਤੁਸੀਂ ਸੁਣਾਣਾ ਕਰੋ। ਬੋਲੀ ਬਚਨ ਦੌਲਤਾ ਦਾਈ, ਸੁਣੋ ਬ੍ਰਿਤਾਂਤ ਉਹ ਦਿਜਰਾਈ। ਹੁਣ ਦਾਈ ਦੌਲਤਾ ਜੀ ਕਹਿਣ ਲੱਗੀ ਕਿ हे ਬ੍ਰਾਹਮਣਾਂ ਦੇ ਰਾਜੇ, हे ਪੰਡਤ ਜੀ, ਇਹ ਬ੍ਰਿਤਾਂਤ ਸੁਣੋ, ਬ੍ਰਿਤਾਂਤ ਉਹ ਦਿਜਰਾਈ। ਇਹ ਬ੍ਰਿਤਾਂਤ ਤੁਸੀਂ ਮੇਰੇ ਤੋਂ ਸੁਣੋ ਕਿ ਉਸ ਸਮੇਂ ਬੱਚੇ ਨੇ ਕੀ ਬਚਨ ਆਖੇ ਸਨ। ਬਹੁ ਸਿਸ ਜਨਮੇ ਮਮ ਕਰ ਮਾਹੀ, ਜੇ ਅਚਰਜ ਕਬ ਦੇਖਿਓ ਨਾਹੀ। ਦਾਈ ਦੌਲਤਾ ਜੀ ਆਖਦੀ ਨੇ ਕਿ ਅਨੇਕਾਂ ਬੱਚੇ ਬਹੁਤ ਸਿਮ ਜਨਮੇ ਮਮ ਕਰ ਮਾਹੀ, ਕਿ ਬਹੁਤ ਬਾਲਕਾਂ ਨੇ ਮੇਰੇ ਹੱਥਾਂ ਦੇ ਵਿੱਚ, ਬਹੁਤ ਬੱਚਿਆਂ ਨੇ ਮੇਰੇ ਹੱਥਾਂ ਦੇ ਵਿੱਚ ਜਨਮ ਲਿਆ ਹੈ, ਪਰ ਅੱਜ ਤੋਂ ਪਹਿਲਾਂ ਜੇ ਅਚਰਜ ਕਬ ਦੇਖਿਓ ਨਹੀਂ। ਅਚਰਜ ਦਾ ਭਾਵ ਹੁੰਦਾ ਕੌਤਕ। ਕਹਿੰਦੇ ਅੱਜ ਤੋਂ ਪਹਿਲਾਂ ਮੈਂ ਇਹੋ ਜਿਹਾ ਕੌਤਕ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਨਹੀਂ ਦੇਖਿਆ। ਦੀਰਘ ਨਰ ਜੋ ਵਿਗਸ ਮਿਲੇ ਹੈ, ਤੂੰ ਇਨ ਕੀਨੇ ਸ਼ਬਦ ਭਲੇ ਹੈ। ਕਿ ਜਿਸ ਤਰ੍ਹਾਂ ਵੱਡੀ ਉਮਰ ਦੇ ਮਨੁੱਖ ਹਨ ਆਪਣੇ ਜੀਵਨ ਦੇ ਵਿੱਚ ਖੁਸ਼ੀ ਨਾਲ ਹੱਸ ਕੇ ਮਿਲਦੇ ਨੇ ਨਾ, ਇਹ ਉਸ ਤਰ੍ਹਾਂ ਕਹਿੰਦੇ ਇਸ ਬਾਲਕ ਨੇ ਵੀ ਆਪਣੇ ਭਲੇ ਸ਼ਬਦ ਜਿਹੜੇ ਸਨ ਉਹ ਕਹੇ ਸਨ, ਭਲੇ ਸ਼ਬਦ ਕੀਤੇ ਸਨ। ਭਲੇ ਜਿਹੜੇ ਸਨ ਮੁਖ ਦੇ ਹਾਵ ਭਾਵ ਸਨ ਉਸ ਸਮੇਂ। ਜਿਵੇਂ ਕੋਈ ਵੱਡੇ ਉਮਰ ਦੇ ਜਿਹੜੇ ਆਮ ਤੌਰ ਦੇ ਉੱਤੇ ਮਨੁੱਖ ਹੱਸ ਕੇ ਮਿਲਦੇ ਨੇ, ਖੁਸ਼ੀ ਇਜ਼ਹਾਰ ਕਰਦੇ ਨੇ। ਸ਼ੁਭ ਲਛਣ ਸ਼ੁਭ ਅੰਗਣ ਮਾਹੀ, ਆਨ ਨਰਨ ਜਿਉ ਨਰ ਏ ਨਾਹੀ। ਕਹਿੰਦੇ ਵੀ ਸ਼ੁਭ ਲਛਣ ਵਿੱਚ ਚੰਗਾ ਮੁਖ ਦੇ ਉੱਤੇ ਹਾਸਾ ਦੇਖਿਆ। ਸ਼ੁਭ ਲਛਣ ਸ਼ੁਭ ਅੰਗਾਂ ਵਾਲਾ, ਭਾਵ ਸਰੀਰਕ ਬਣਤਰ ਵੀ ਚੰਗੀ ਹੈ। ਕਹਿੰਦੇ ਇਹ ਬਾਲਕ ਹੋਰ ਬਾਲਕਾਂ ਵਰਗਾ ਬਾਲਕ ਨਹੀਂ ਲੱਗ ਰਿਹਾ। ਆਨ ਨਰਨ ਜੋ ਨਰ ਇਹ ਨਹੀਂ, ਹੋਰ ਮਨੁੱਖਾਂ ਵਰਗਾ, ਹੋਰ ਬਾਲਕਾਂ ਨਾਲੋਂ ਇਹ ਬਾਲਕ ਉਹਨਾਂ ਬਾਲਕਾਂ ਵਰਗਾ ਨਹੀਂ ਲੱਗ ਰਿਹਾ। ਦੋਹਰਾ ਸੁਣ ਦੇ ਜਬਰ ਸਭ ਬਚਨ ਕੋ, ਜੋ ਤਸਕੀਨ ਵਿਚਾਰ। शुभ नक्षत्र शुभ काल में, शुभ तिथ पुन शुभ वार। ਸਾਰੀਆਂ ਗੱਲਾਂ ਸੁਣ ਕੇ ਪੰਡਤ ਜੀ ਨੇ ਦਾਈ ਦੇ ਕੋਲ ਵੀ ਕਿਹੜਾ ਸਮਾਂ ਸੀ, ਕਿਹੋ ਜਿਹੇ ਹਾਲਾਤ ਸਨ ਜਿਸ ਸਮੇਂ ਇਸ ਬੱਚੇ ਨੇ ਜਨਮ ਲਿਆ, ਤਾਂ ਸਾਰਾ ਕੁਝ ਵਿਚਾਰ ਕੇ ਬ੍ਰਾਹਮਣ ਜੀ ਨੇ ਜੋਤਿਸ਼ ਲਾਇਆ। ਆਪਣੀ ਵਿਦਿਆ ਜਿਹੜੀ ਸੀ ਉਹ ਘਟਾਓ ਜਮਾ ਸਭ ਕੁਝ ਕਰਕੇ ਜਿਹੜੇ ਕਹਿੰਦੇ ਨੇ ਵੀ ਸ਼ੁਭ ਨਛੱਤਰ, ਸ਼ੁਭ ਸਮੇਂ, ਸ਼ੁਭ ਤਿਥ ਤੇ ਫਿਰ ਸ਼ੁਭ ਵਾਰ ਨੂੰ ਵਿਚਾਰਿਆ। ਅੱਜ ਤੱਕ ਦੇ ਦੀਵਾਨਾਂ ਦੇ ਵਿੱਚ ਅਸੀਂ ਇੱਥੋਂ ਤੱਕ ਦਾ ਪ੍ਰਸੰਗ ਸਰਵਣ ਕਰ ਚੁੱਕੇ ਹਾਂ। ਕਿਸ ਤਰ੍ਹਾਂ ਪੰਡਿਤ ਜੀ ਉਹਨਾਂ ਦੇ ਘਰ ਦੇ ਵਿੱਚ ਆਉਂਦੇ ਨੇ, ਘਰ ਦੇ ਵਿੱਚ ਆ ਕੇ ਪਰਿਵਾਰਕ ਮੈਂਬਰਾਂ ਦੇ ਨਾਲ ਜਾਂ ਜਿਹੜੀਆਂ ਦਾਸੀਆਂ ਨੇ ਉਹਨਾਂ ਦੇ ਕੋਲੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਜਨਮ ਦੇ ਬਾਬਤ ਜੋ ਕੁਝ ਵੀ ਉਹ ਦੇ ਉੱਥੇ ਕੌਤਕ ਵਰਤੇ ਉਹ ਸਾਰਾ ਕੁਝ ਸੁਣਨਾ ਕਰਦੇ ਨੇ। ਅੱਗੇ ਆਪਣੀ ਜੋਤਿਸ਼ ਵਿਦਿਆ ਦੇ ਅਨੁਸਾਰ ਜੋ ਕੁਝ ਵੀ ਪੰਡਿਤ ਜੀ ਅੱਗੇ ਜੋ ਕੁਝ ਵੀ ਜਨਮ ਪੱਤਰੀ ਤਿਆਰ ਕਰਨ ਦੇ ਲਈ ਆਖਦੇ ਨੇ ਉਹ ਪ੍ਰਸੰਗ ਅਸੀਂ ਕੱਲ ਦੇ ਦੀਵਾਨਾਂ ਦੇ ਵਿੱਚ ਸਰਵਣ ਕਰਾਂਗੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।